ਬੰਟੀ ਬੈਂਸ ਨੇ ਮੁੜ ਤੋਂ ਮੂਸੇਵਾਲਾ ਦੇ ਮਾਪਿਆਂ ਦੇ ਇਲਜ਼ਾਮਾਂ ਨੂੰ ਨਕਾਰਿਆ ਹੈ। ਸ਼ਬੀਰ ਮੋਮਨ ਨਾਂ ਦੇ ਸ਼ਖਸ ਨੂੰ ਉਹਨਾਂ ਜ਼ਿੰਮੇਵਾਰ ਠਹਿਰਾਇਆ। ਉਹਨਾਂ ਨੇ ਕਿਹਾ ਕਿ ਹੁਣ ਤੱਕ ਪੈਸੇ ਜਿਹੜੇ ਨੇ ਉਸ ਦਾ ਹਿਸਾਬ ਕਿਤਾਬ ਸ਼ਬੀਰ ਦੇ ਵੱਲੋਂ ਨਹੀਂ ਦਿੱਤਾ ਗਿਆ ਔਰ ਬਕਾਇਦਾ ਉਸ ਨੂੰ ਲੈ ਕੇ ਇੱਕ ਸਬੂਤ ਦੇ ਵਜੋਂ ਆਡੀਓ ਵੀ ਜਾਰੀ ਕੀਤੀ ਗਈ ਹੈ। ਤਾਂ ਸ਼ਬੀਰ ਮੋਮਨ ਦੇ ਨਾਲ ਜੁੜੀ ਚੈਟ ਜਿਹੜੀ ਹੈ ਉਸ ਨੂੰ ਵੀ ਜਨਤਕ ਕੀਤਾ ਗਿਆ, ਕਾਲ ਰਿਕਾਰਡਿੰਗ ਨੂੰ ਵੀ ਜਨਤਕ ਕੀਤਾ ਗਿਆ ਹੈ। ਸ਼ਬੀਰ ਮੋਮਨ ਨਹੀਂ ਦੇ ਰਿਹਾ ਪੈਸਿਆਂ ਦਾ ਹਿਸਾਬ, ਇਹ ਬੰਟੀ ਬੈਂਸ ਨੇ ਕਿਹਾ ਹੈ। ਇਹ ਸਿੱਧੂ ਪਰਿਵਾਰ ਨੂੰ ਪੈਸਿਆਂ ਦਾ ਹਿਸਾਬ ਕਿਤਾਬ ਨਹੀਂ ਦੇ ਰਿਹਾ। ਇਹ ਇਕੱਲਾ ਬੰਦਾ ਹੈ ਜਿਸ ਨੇ ਸਾਰਿਆਂ ਨੂੰ ਪੰਬਰ ਭੂਸੇ ਦੇ ਵਿੱਚ ਪਾਇਆ ਹੋਇਆ। ਮਾਨਸਾ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਕਿਰਪਾ ਕਰਕੇ ਇਸ ਤੇ FIR ਕੀਤੀ ਜਾਏ। ਬੰਟੀ ਬੈਂਸ ਨੇ ਜੋ ਆਡੀਓ ਵੀ ਜਾਰੀ ਕੀਤੀ ਹੈ ਉਸ ਦੇ ਵਿੱਚ 10 ਕਰੋੜ ਰੁਪਏ ਦੀ ਗੱਲ ਹੋ ਰਹੀ ਹੈ। ਕਾਬਲੇ ਗੌਰ ਹੈ ਕਿ ਮੂਸੇਵਾਲਾ ਦੇ ਮਾਪਿਆਂ ਨੇ ਕਰੋੜਾਂ ਰੁਪਏ ਦੀ ਹੇਰਾਫੇਰੀ ਦੇ ਇਲਜ਼ਾਮ ਲਗਾਏ ਸਨ। 31 ਕਰੋੜ ਦਾ ਵੀ ਜ਼ਿਕਰ ਹੋ ਰਿਹਾ ਸੀ, ਜਿਸ ਨੂੰ ਲੈ ਕੇ ਮਾਨਸਾ ਦੇ ਵਿੱਚ SSP ਦਫ਼ਤਰ ਦੇ ਵਿੱਚ ਧਰਨਾ ਲਾਇਆ ਗਿਆ। ਹਾਲਾਂਕਿ ਬਲਕੌਰ ਸਿੰਘ ਤੇ ਚਰਨ ਕੌਰ ਨੂੰ ਜਦੋਂ ਮਾਨਸਾ ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੱਤਾ ਉਸ ਤੋਂ ਬਾਅਦ ਧਰਨਾ ਉਹਨਾਂ ਨੇ ਚੁੱਕ ਲਿਆ ਸੀ। ਹੁਣ ਇਸ ਮਾਮਲੇ 'ਚ ਬੰਟੀ ਬੈਂਸ ਨੇ ਨਵਾਂ ਖੁਲਾਸਾ ਕੀਤਾ, ਬਕਾਇਦਾ ਇਸ ਨੂੰ ਲੈ ਕੇ ਇਹ ਆਡੀਓ ਜਾਰੀ ਕੀਤੀ ਹੈ ਔਰ ਨਾਲ ਹੀ ਇਹ ਚੈਟ ਜਾਰੀ ਕੀਤੀ ਹੈ। ਸ਼ਬੀਰ ਮੋਮਨ ਨਾਂ ਦੇ ਸ਼ਖਸ ਨੂੰ ਉਸਨੇ ਗੰਭੀਰ ਉਹਨਾਂ ਨੇ ਇਲਜ਼ਾਮ ਲਗਾਏ ਨੇ। ਤਾਂ ਬੰਟੀ ਬੈਂਸ ਨੇ ਕਈ ਪੋਸਟਾਂ ਪਾ ਕੇ ਵੀ ਆਪਣਾ ਸਪਸ਼ਟੀਕਰਨ ਦਿੱਤਾ ਹੈ। ਬੰਟੀ ਬੈਂਸ ਪੰਜਾਬੀ ਇੰਡਸਟਰੀ ਦੇ ਵਿੱਚ ਮਸ਼ਹੂਰ ਗੀਤਕਾਰ ਨੇ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਸ ਨੂੰ ਧੱਕੇ ਦੇ ਨਾਲ ਔਰ ਫਸਾਇਆ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ। सर तो कैसे हैं आप? अंकल से आपकी बात हुई होगी, उनका फिर फ़ोन आया था अभी कि मुझे रिपोर्ट्स भिजवा दीजिए आप। मुझे फ़ोन आया था कि आप भी बोल दो शबीर पाजी को कि वो रिपोर्ट्स भिजवा दें, कि वो बोल रहे थे 16 तक आएगी, उसके बाद मैं दे दूँगा। वो बोल रहे हैं कि 16 से पहले की जो आई हुई है वो ही रिपोर्ट्स भिजवा दें, बाकी उसके बाद वाली जो आएगी 16 को, वो 16 को अलग से भेज देंगे। बोल रहे थे हमें अर्जेंट चाहिए, तो बोल रहे थे कि हर रोज़ लारा लप्पा ही चल रहा है, तो हम भी परेशान हैं, वो भी परेशान हैं, तो अगर रिपोर्ट्स भिजवा दें 16 को जो आनी है वो, तो 16 से पहले जो आई हुई है वो भेज दें हमें। 16 को जब आएगी उसके बाद फिर वो भिजवा देंगे 16 को। बाकी वो अंकल बता रहे थे कि पहली किश्त तो शायद आप डाल ही रहे हैं कल 10 करोड़ की। कैसे हैं सर? मुझे अभी फिर फ़ोन आया कि हमें आप रिपोर्ट्स क्यों नहीं दे रहे, क्या दिक्कत क्या है रिपोर्ट्स देने में? इतने टाइम से तरले मिनटें कर रहे हैं। तो मैंने बोला है कि बस एक बार मैं रिक्वेस्ट फिर से करता हूँ अभी। तो वो बोल रहे हैं कि दिक्कत बता दो हमें क्या है रिपोर्ट्स देने में, मुझे क्लियर कर दो बंटी, तुम भी मेरा पागल बना रहे हो। मैंने बोला है कि मैं अभी सबको रिक्वेस्ट करता हूँ। फिर मेरे पास सर आंसर ही नहीं है कोई कि क्यों नहीं दे पा रहे, मैं बता ही नहीं पा रहा उन्हें। मुझे स्ट्रेस हो जाती है जब भी कॉल आती है। हम इतने बार गुस्से होके प्यार से रिक्वेस्ट करके रिपोर्ट्स मांग ली हैं, आप रिपोर्ट्स ही नहीं मांग रहे हो, तो दे रहे हो हमें। तो फीवर वो चल रहा है, तो मैं बोल रहे हैं कि इतने महीनों से हम इतने बार गुस्से होके प्यार से रिक्वेस्ट करके रिपोर्ट्स मांग ली हैं, आप रिपोर्ट्स ही नहीं मांग रहे हो, तो दे रहे हो हमें। अंकल मेरा रिक्वेस्ट है आपसे कि आपको जो भी बोलना है ना आप मुझे खुद बोला करो, आप बंटी के थ्रू मत बोला करो। मुझे पता नहीं कि कहाँ क्या बात रहती है, छुड़ती है, क्या होती है, मुझे कोई आइडिया नहीं होता है। इसलिए आपको जो भी बोलना है ना आप मुझे खुद बोल दिया करो। अंकल आंटी नूं बेनती है वो अपना स्टैंड क्लीयर करन कि उन्हां दा 30, 32 ਜਾਂ 35 ਕਰੋੜ ਮੈਂ ਖਾ ਲਿਆ। ਮੈਂ ਚੋਰ ਹਾਂ ਜਾਂ ਮੈਨੂੰ ਮੇਰੇ ਨਾਮ ਨੂੰ ਸਿਰਫ ਯੂਜ਼ ਕਰ ਰਹੇ ਨੇ। 125 ਕਰੋੜ ਚੋਂ ਪੈਂਡਿੰਗ ਪੇਮੈਂਟ ਕਢਵਾਉਣ ਲਈ ਸ਼ਬੀਰ ਮੋਮਨ ਤੋਂ। ਬਲਕੌਰ ਸਿੰਘ ਚਰਨ ਕੌਰ ਜੀ ਨੂੰ ਮੈਂ WhatsApp ਤੇ ਮੈਸੇਜ ਕਰਕੇ ਕਾਲ ਕਰਕੇ ਬਹੁਤ ਕੋਸ਼ਿਸ਼ ਕਰ ਲਈ ਅੱਜ ਪੂਰਾ ਦਿਨ। ਗਿੱਲ ਰੌਂਤਾ ਤੇ ਸਟੈਲਿਨ ਵੀਰ ਨੇ ਵੀ ਕੱਲ ਦਾ ਮਿਲਣ ਦਾ ਟਾਈਮ ਲੈਣ ਲਈ ਕਾਲ ਕਰ ਦਿੱਤੀਆਂ, ਜਿਹੜਾ ਇਹਨਾਂ ਨੇ ਮਿਲਣ ਤੋਂ ਮਨਾ ਕਰ ਦਿੱਤਾ ਜੇ ਮੈਂ ਪੈਸੇ ਖਾ ਗਿਆ। ਮੈਂ ਚੋਰ ਹਾਂ, ਮੈਂ ਦੇਣੇ ਨੇ, ਇੱਕ ਵੀ ਪ੍ਰੂਫ ਦੇਣ। ਮੈਂ ਠੱਗ ਚੋਰ ਦਾ ਟੈਗ ਇਸ ਤਰ੍ਹਾਂ ਨਹੀਂ ਲਵਾਉਣਾ ਫਰੀ 'ਚ ਸੇਵਾ ਕਰਕੇ। ਹਿਸਾਬ ਕਿਤਾਬ ਮੇਰੇ ਕੋਲ ਵੀ ਨਹੀਂ ਆਇਆ ਨਾ। ਵਨ ਡਿਜੀਟਲ ਸ਼ਬੀਰ ਮੋਮਨ ਨੇ ਮੈਨੂੰ ਕਦੇ ਦੱਸਿਆ ਕਿੰਨੇ ਪੈਸੇ ਮੈਂ ਭੇਜ ਦਿੱਤੇ ਅੰਕਲ ਆਂਟੀ ਨੂੰ, ਨਾ ਅੰਕਲ ਨੇ ਪਿਛਲੇ 4-5 ਮਹੀਨਿਆਂ ਤੋਂ ਦੱਸਿਆ ਕਿ ਕਿੰਨੇ ਪੈਸੇ ਪੈਂਡਿੰਗ ਨੇ ਸ਼ਬੀਰ ਮੋਮਨ ਕੋਲ। ਮੈਨੂੰ ਕਮੈਂਟ 'ਚ ਆ ਕਰੇ ਨੇ ਹਿਸਾਬ ਦੇ ਫੈਮਿਲੀ ਨੂੰ। ਮੈਂ ਕਿਹੜੀ ਕਾਪੀ ਤੇ ਲਿਖ ਕੇ ਲੁਕਾ ਕੇ ਰੱਖਿਆ ਜੋ ਮੈਂ ਦੇ ਦੇਵਾਂ? ਐਗਰੀਮੈਂਟ ਸਿੱਧੂ ਪਰਿਵਾਰ ਦਾ ਸ਼ਬੀਰ ਮੋਮਨ ਨਾਲ ਹੈ ਜਾਂ ਸੀ? ਪੈਸੇ ਸ਼ਬੀਰ ਮੋਮਨ ਕੋਲ ਸਿੱਧੂ ਫੈਮਿਲੀ ਨੂੰ ਜਾਂਦੇ ਸੀ ਜਾਂ ਪੈਂਡਿੰਗ ਨੇ? ਮੈਂ ਤਾਂ ਕਹਿਣਾ ਹੀ ਆ ਕਿ ਸਿੱਧੂ ਫੈਮਿਲੀ ਨੂੰ ਪੈਂਡਿੰਗ ਪੈਸੇ ਦੇ ਦਿਓ ਤੇ ਹਿਸਾਬ ਕਿਤਾਬ ਵੀ ਦੇ ਦਿਓ। ਇੱਕ ਵਾਰ ਇਹ ਵੀ ਨਹੀਂ ਕਿਹਾ ਅੰਕਲ ਜੀ ਮੈਂ ਤੁਹਾਡੇ ਨਾਲ ਨਹੀਂ ਆ। ਇੱਕ ਵਾਰ ਸ਼ਬੀਰ ਨੂੰ ਇਹ ਵੀ ਨਹੀਂ ਕਿਹਾ ਕਿ ਤੂੰ ਸਹੀ ਆ। ਗੱਲ ਸਮਝ ਲਿਓ ਪਲੀਜ਼ ਤੁਸੀਂ ਵੀ ਤੇ ਅੰਕਲ ਆਂਟੀ ਵੀ। ਸਟੇਟਮੈਂਟ ਜਿਹੜੀ ਹੈ ਬੰਟੀ ਬੈਂਸ ਦੀ ਤੁਹਾਨੂੰ ਸੁਣਵਾਈ ਹੈ। ਬਲਦੇਵ ਸ਼ਰਮਾ ਮੇਰੇ ਸਹਿਯੋਗੀ ਫੋਨ ਲਾਈਨ ਤੇ ਨੇ। ਬਲਦੇਵ, ਮਾਮਲਾ ਕਾਫੀ ਗੁੰਝਲਦਾਰ ਹੋ ਚੁੱਕਿਆ ਹੈ। ਸਿੱਧੂ ਮੂਸੇਵਾਲਾ ਦੇ ਮਾਪੇ ਕਹਿ ਰਹੇ ਨੇ ਬੰਟੀ ਬੈਂਸ ਜਿਹੜੇ ਨੇ ਉਹਨਾਂ ਤੇ FIR ਹੋਵੇ, ਉਹਨਾਂ ਦਾ ਨਾਂ ਵਿੱਚ ਹੋਣਾ ਚਾਹੀਦਾ ਹੈ। ਦੂਜੇ ਪਾਸੇ ਬੰਟੀ ਬੈਂਸ ਕਹਿ ਰਹੇ ਨੇ ਕਿ ਫ੍ਰੀ 'ਚ ਸੇਵਾ ਕਰਕੇ ਇਹ ਮੁੱਲ ਪਾਇਆ, ਮੈਂ ਚੋਰ ਨਹੀਂ ਹਾਂ। ਬਿਲਕੁਲ ਗੁਰਜੋਤ, ਇਹ ਗੱਲ ਸਹੀ ਹੈ ਕਿ ਮੁਫਤ ਦੇ ਵਿੱਚ ਜਿਹੜੀ ਕੰਮ ਕਰਨ ਦੀ ਗੱਲ ਆਖੀ ਗਈ ਹੈ, ਪਰ ਸਿੱਧੂ ਪਰਿਵਾਰ ਨੇ ਸ਼ੁਰੂ ਦੇ ਵਿੱਚ ਹੀ ਬੰਟੀ ਬੈਂਸ ਨੂੰ ਇਹ ਗੱਲ ਆਖ ਦਿੱਤੀ ਸੀ ਕਿ ਜੋ ਵੀ ਤੂੰ ਕੰਮ ਕਰੇਗਾ, ਸਾਡੇ ਨਾਲ ਜੋ ਵੀ ਤੇਰਾ ਕਮਿਸ਼ਨ ਹੈ ਅਸੀਂ
ਦੇਵਾਂਗੇ, ਅਸੀਂ ਫਰੀ 'ਚ ਕੋਈ ਕੰਮ ਨਹੀਂ ਕਰਾਉਣਾ। ਉਸ ਸਮੇਂ ਬੰਟੀ ਬੈਂਸ ਨੇ ਨਾ ਕਰ ਦਿੱਤੀ ਸੀ ਕਿ ਮੈਂ ਤੁਹਾਡੇ ਤੋਂ ਕੋਈ ਕਮਿਸ਼ਨ ਜਾਂ ਪੈਸਾ ਇਸ ਬਦਲੇ ਨਹੀਂ ਲੈਣਾ। ਜਿਹੜੀ ਇਕਰਾਰ ਦੀ ਗੱਲ ਕਰ ਰਿਹਾ ਹੈ ਬੰਟੀ ਬੈਂਸ, ਉਹ ਵੀ ਤਾਂ ਬੰਟੀ ਬੈਂਸ ਨੇ ਹੀ ਡਿਜੀਟਲ ਵਨ ਨਾਲ ਆਪ ਨੇ ਹੀ ਕਰਵਾਇਆ ਸੀ। ਇਸ ਕਰਕੇ ਸਿੱਧੂ ਪਰਿਵਾਰ ਹੈ ਜਿਹੜਾ ਬੰਟੀ ਬੈਂਸ ਨੂੰ ਬਾਰ-ਬਾਰ ਸੰਪਰਕ ਕਰ ਰਿਹਾ ਕਿ ਭਾਈ ਤੂੰ ਇਹ ਜਿਹੜਾ ਇਕਰਾਰ ਹੈ ਕਰਵਾਇਆ ਸੀਗਾ, ਤੇਰੀ ਜਾਣ ਪਹਿਚਾਣ ਸੀ, ਸਾਡੀ ਕੋਈ ਡਾਇਰੈਕਟ ਗੱਲ ਨਹੀਂ ਸੀ ਉਹਨਾਂ ਦੇ ਨਾਲ। ਇਸ ਕਰਕੇ ਉਹ ਹਿਸਾਬ ਕਿਤਾਬ ਦੀ ਗੱਲ ਕਰ ਰਹੇ ਹੈ। ਸੁਬੀਰ ਨਾਂ ਦਾ ਬੰਦਾ ਕਿਉਂ ਨਹੀਂ ਇਹ ਜਿਹੜਾ ਉਹਨਾਂ ਨੂੰ ਮੰਗ ਰਹੇ ਹੈ ਸਟੇਟਮੈਂਟ, ਕਿਉਂ ਸਟੇਟਮੈਂਟ ਜਨਤਕ ਨਹੀਂ ਕੀਤੀ ਜਾ ਰਹੀ, ਜਿਸ ਤੋਂ ਸਾਫ਼ ਪਤਾ ਲੱਗੇਗਾ ਕਿ ਪੈਸਾ ਕੌਣ ਖਾ ਰਿਹਾ, ਕਿਹਦੇ ਕੋਲ ਹੈ ਤੇ ਰੁਕਿਆ ਹੋਇਆ ਤਾਂ ਕਿਉਂ ਰੁਕਿਆ ਹੋਇਆ। ਇਹ तमाम ਗੱਲਾਂ ਉਹਨਾਂ ਨੇ SSP ਦਫ਼ਤਰ ਦੇ ਬਾਹਰ ਹੈ ਉਸ ਦਿਨ ਕੀਤੀਆਂ ਸੀ ਤੇ ਇਹ ਵੀ ਕਿਹਾ ਸੀ ਕਿ ਬੰਟੀ ਬੈਂਸ ਫੇਸ ਟੂ ਫੇਸ ਆ ਕੇ ਸਾਡੇ ਨਾਲ ਗੱਲ ਕਰ ਲਈ ਤਾਂ ਕਿ ਗੱਲ ਕਲੀਅਰ ਹੋ ਸਕੇ। ਪਰ ਮੈਂ ਰੋਕ ਰਹੀ ਹਾਂ ਵਿਚਕਾਰ ਬਲਦੇਵ, ਕਿਉਂਕਿ ਬੰਟੀ ਬੈਂਸ ਵਿਚਕਾਰ ਇਹ ਵੀ ਸਟੇਟਮੈਂਟ ਦੇ ਕਹਿ ਰਹੇ ਨੇ ਕਿ ਉਹਨਾਂ ਨੇ ਬਾਰ-ਬਾਰ ਸੰਪਰਕ ਕਰਨ ਦੀ ਕੱਲ ਦੀ ਕੋਸ਼ਿਸ਼ ਕੀਤੀ ਹੈ, ਬਹੁਤ ਫੋਨ ਕੀਤੇ, ਵਿਚੋਲਾ ਪਾ ਕੇ ਵੀ ਉਹਨਾਂ ਨੇ ਇੱਕ ਨਾਂ ਜ਼ਿਕਰ ਲਿਆ ਆਪਣੇ ਸਾਥੀ ਦਾ, ਉਸ ਨੂੰ ਵੀ ਕਿਹਾ ਹੈ ਕਿ ਗੱਲਬਾਤ ਕਰ ਲੈਣ, ਮੀਟਿੰਗ ਕਰ ਲੈਣ, ਭਾਈ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਮਾਪਿਆਂ ਦੇ ਵੱਲੋਂ। ਦੇਖੋ ਇਸ ਦਾ ਇੱਕ ਹੱਲ ਪ੍ਰਸ਼ਾਸਨ ਕਰ ਰਿਹਾ। ਕੱਲ ਵੀ ਸਾਰਾ ਦਿਨ ਇਸ ਮਾਮਲੇ ਦੇ ਵਿੱਚ ਪੁਲਿਸ ਲੱਗੀ ਰਹੀ ਕਿ ਉਹਨਾਂ ਨੂੰ ਮਾਨਸਾ ਬੁਲਾ ਕੇ ਫੇਸ ਟੂ ਫੇਸ ਕੀਤਾ ਜਾਵੇ ਕਿ ਆਖਰ ਗਲਤੀ ਕਿਸ ਦੀ ਹੈ। ਇਹ तमाम ਕੋਸ਼ਿਸ਼ਾਂ ਪੁਲਿਸ ਕਰ ਰਹੀ ਹੈ ਤੇ ਲੱਗਦਾ ਕਿ ਇਹਦਾ ਰਿਜ਼ਲਟ ਵੀ ਜਲਦੀ ਮਿਲੇਗਾ। ਫਿਲਹਾਲ ਇਹ ਮਾਮਲਾ ਕਾਫੀ ਗੁੰਝਲਦਾਰ ਬਣਿਆ ਹੋਇਆ ਕਿਉਂਕਿ ਨਾ ਤਾਂ ਹਜੇ ਤੱਕ ਸ਼ੁਬੀਰ ਦਾ ਕੋਈ ਇਸ ਮਾਮਲੇ ਤੇ ਸਪਸ਼ਟੀਕਰਨ ਆਇਆ, ਸਿਰਫ ਬੰਟੀ ਬੈਂਸ ਹੈ ਜਿਹੜਾ ਉਹੀ ਇਸ ਮਾਮਲੇ ਤੇ ਸਪਸ਼ਟੀਕਰਨ ਦੇਣ ਵਿੱਚ ਲੱਗਿਆ। ਜਦੋਂ ਕੰਪਨੀ ਦਾ ਕੋਈ ਸਪਸ਼ਟੀਕਰਨ ਆਏਗਾ ਜਾਂ ਉਹ ਦੱਸੇਗਾ ਫਿਰ ਜਾ ਕੇ ਕਿਤੇ ਗੱਲ ਕਲੀਅਰ ਹੋਣੀ ਹੈ। ਜੀ ਹਾਂ ਬਲਦੇਵ, ਅਸੀਂ ਕਹਿ ਸਕਦੇ ਹਾਂ ਬੰਟੀ ਬੈਂਸ ਦਾ ਕਹਿਣਾ ਹੈ ਕਿ ਉਹ ਚੋਰ ਦਾ ਟੈਗ ਨਹੀਂ ਲਵਾਉਣਾ ਚਾਹੁੰਦਾ। ਕੁੱਲ ਮਿਲਾ ਕੇ ਸਵਾਲ ਇੱਥੇ ਖੜਾ ਹੈ ਕਿ ਸ਼ਬੀਰ ਸਾਹਮਣੇ ਕਿਉਂ ਨਹੀਂ ਆ ਰਹੇ, ਉਹ ਆਪਣੀ ਸਟੇਟਮੈਂਟ ਕਿਉਂ ਨਹੀਂ ਜਾਰੀ ਕਰ ਰਹੇ ਔਰ ਸਾਫ਼ ਕਿਉਂ ਨਹੀਂ ਕਰ ਰਹੇ ਕਿੱਥੇ ਪੇਮੈਂਟ ਕਿੰਨੀ ਉਹਨਾਂ ਨੇ ਦਿੱਤੀ ਕਿੰਨੀ ਨਹੀਂ, ਜਿਸ ਦਾ ਜ਼ਿਕਰ ਬੰਟੀ ਬੈਂਸ ਨੇ ਵੀ ਕੀਤਾ ਕਿ ਉਹ ਅੰਕਲ ਆਂਟੀ ਨੂੰ ਕਿੰਨੇ ਪੈਸੇ ਦੇ ਚੁੱਕੇ ਨੇ, ਉਹ ਸਾਫ਼ ਦੱਸਣ। ਉਹਨਾਂ ਨੇ ਵੀ ਬਹੁਤ ਵਾਰ ਕਿਹਾ ਸੀ। ਇਹ ਤਾਂ ਬੰਟੀ ਬੈਂਸ ਵੀ ਕਹਿ ਰਹੇ ਤੇ ਸਿੱਧੂ ਪਰਿਵਾਰ ਵੀ ਕਹਿ ਰਹੇ ਹੈ ਕਿ ਕੰਪਨੀ ਹੈ ਜਿਹੜੀ ਉਹ ਸਟੇਟਮੈਂਟ ਦੇਵੇ ਤਾਂ ਕਿ ਪਤਾ ਚੱਲੇ ਕੀ ਹਿਸਾਬ ਹੈ, ਕਿੰਨੇ ਪੈਸੇ ਉਹਨਾਂ ਦੇ ਰੈਵਨਿਊ ਦੇ ਬਣਦੇ ਆ ਤੇ ਕਿੰਨੇ ਪਰਿਵਾਰ ਕੋਲ ਆ ਗਏ, ਫਿਰ ਹੀ ਇਹ ਗੱਲ ਹੈ ਜਿਹੜੀ ਇਹ ਸਾਫ਼ ਹੋਣੀ ਹੈ। ਇਸ ਕਰਕੇ ਸਾਰੀ ਨਿਗਾਹ ਹੈ ਜਿਹੜੀ ਹੁਣ ਕੰਪਨੀ ਤੇ ਟਿਕੀ ਹੋਈ ਹੈ। ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇਹ ਵੀ ਕਿਹਾ ਕਿ ਕਿਸੇ ਤੇ ਵੀ ਨਾ ਕਰੋ, ਕੱਲੇ ਕੰਪਨੀ ਤੇ ਮਾਮਲਾ ਦਰਜ ਕਰ ਦਿਓ ਤਾਂ ਕਿ ਉਹਨਾਂ ਨੂੰ ਇਨਸਾਫ ਹੈ ਜਿਹੜਾ ਉਹ ਮਿਲ ਸਕੇ। ठीक है, शुक्रिया बहुत बहुत बलदेव तमाम जानकारी ली। तो कुल मिला के मामला काफ़ी जो इस वेले गुंझलदार बनया हुआ, इस विच कोई दो राय नहीं है। हालांकि बंटी बैंस इस दे विच कोशिश कर रहे हैं और साबित करने की कोशिश कर रहे हैं कुल मिला के अपनियां कुछ सबूतां दे नाल कि वो बिल्कुल भी पैसे उन्होंने नहीं खादे, किसी किस्म के नाल उन्होंने कोई गड़बड़ी नहीं की है। कुल मिला के बंटी बैंस का कहना है कि शबीर ਨੂੰ ਜਿਹੜਾ ਹੈ ਪੂਰਨ ਤੌਰ ਤੇ ਜਨਤਕ ਤੌਰ ਤੇ ਇਹ ਸਾਰੀ ਸਟੇਟਮੈਂਟ ਔਰ ਸਾਰਾ ਬਿਆਨ ਜਾਰੀ ਕਰਨਾ ਚਾਹੀਦਾ ਹੈ, ਦੱਸਣਾ ਚਾਹੀਦਾ ਹੈ ਕਿੰਨੇ ਪੈਸੇ ਹੁਣ ਤੱਕ ਦਿੱਤੇ, ਕਿੰਨੇ ਨਹੀਂ ਦਿੱਤੇ, ਜੇਕਰ ਨਹੀਂ ਦਿੱਤੇ ਕਦੋਂ ਦੇਣਗੇ, ਸਾਰੀਆਂ ਚੀਜ਼ਾਂ ਉਹਨਾਂ ਨੇ ਸਾਫ਼ ਕੀਤੀਆਂ। सर तो कैसे हैं आप? अंकल से आपकी बात हुई होगी, उनका फिर फ़ोन आया था अभी कि मुझे रिपोर्ट्स भिजवा दीजिए आप। मुझे फ़ोन आया था कि आप भी बोल दो शबीर पाजी को कि वो रिपोर्ट्स भिजवा दें, कि वो बोल रहे थे 16 तक आएगी, उसके बाद मैं दे दूंगा। वो बोल रहे हैं कि 16 से पहले की जो आई हुई है वो ही रिपोर्ट्स भिजवा दें, बाकी उसके बाद वाली जो आएगी 16 को, वो 16 को अलग से भेज देंगे। बोल रहे थे हमें अर्जेंट चाहिए, तो बोल रहे थे कि हर रोज़ लारा लपाई चल रहा है, तो हम भी परेशान हैं, वो भी परेशान हैं, तो अगर रिपोर्ट्स भिजवा दें 16 को जो आनी है वो, तो 16 से पहले जो आई हुई है वो भेज दें हमें, 16 को जब आएगी उसके बाद फिर वो भिजवा देंगे 16 को। बाकी वो अंकल बता रहे थे कि पहली किश्त तो शायद आप डाल ही रहे हैं कल 10 करोड़ की। कैसे हैं सर? मुझे अभी फिर फ़ोन आया कि हमें आप रिपोर्ट्स क्यों नहीं दे रहे, क्या दिक्कत क्या है, रिपोर्ट्स देने में इतने टाइम से तरले मिनटें कर रहे हैं। तो मैंने बोला है कि बस एक बार मैं रिक्वेस्ट फिर से करता हूँ अभी। तो वो बोल रहे हैं कि दिक्कत बता दो हमें क्या है रिपोर्ट्स देने में, मुझे क्लियर कर दो बंटी, तुम भी मेरा पागल बना रहे हो। मैंने बोला है कि मैं अभी सबको रिक्वेस्ट करता हूँ। फिर मेरे पास सर आंसर ही नहीं है कोई कि क्यों नहीं दे पा रहे, मैं बता ही नहीं पा रहा उन्हें। मुझे स्ट्रेस हो जाती है जब भी कॉल आती है। हम इतने बार गुस्से होके प्यार से रिक्वेस्ट करके रिपोर्ट्स मांग ली हैं, आप रिपोर्ट्स ही नहीं मांग रहे हो, तो दे रहे हो हमें। तो फीवर वो चल रहा है, तो मैं बोल रहे हैं कि इतने महीनों से हम इतने बार गुस्से होके प्यार से रिक्वेस्ट करके रिपोर्ट्स मांग ली हैं, आप रिपोर्ट्स ही नहीं मांग रहे हो, तो दे रहे हो हमें। अंकल मेरा रिक्वेस्ट है आपसे कि आपको जो भी बोलना है ना, आप मुझे खुद बोला करो, आप बंटी के थ्रू मत बोला करो। मुझे पता नहीं कि कहाँ क्या बात रहती है, छुड़ती है, क्या होती है, मुझे कोई आइडिया नहीं होता है। इसलिए आपको जो भी बोलना है ना, आप मुझे खुद बोल दिया करो। ਅੰਕਲ ਆਂਟੀ ਨੂੰ ਬੇਨਤੀ ਹੈ ਉਹ ਆਪਣਾ ਸਟੈਂਡ ਕਲੀਅਰ ਕਰਨ ਕਿ ਉਹਨਾਂ ਦਾ 30, 32 ਜਾਂ 35 ਕਰੋੜ ਮੈਂ ਖਾ ਲਿਆ। ਮੈਂ ਚੋਰ ਹਾਂ ਜਾਂ ਮੈਨੂੰ ਮੇਰੇ ਨਾਮ ਨੂੰ ਸਿਰਫ ਯੂਜ਼ ਕਰ ਰਹੇ ਨੇ। 125 ਕਰੋੜ ਚੋਂ ਪੈਂਡਿੰਗ ਪੇਮੈਂਟ ਕਢਵਾਉਣ ਲਈ ਸ਼ਬੀਰ ਮੋਮਿਨ ਤੋਂ। ਬਲਕੌਰ ਸਿੰਘ ਚਰਨ ਕੌਰ ਜੀ ਨੂੰ ਮੈਂ WhatsApp ਤੇ ਮੈਸੇਜ ਕਰਕੇ ਕਾਲ ਕਰਕੇ ਬਹੁਤ ਕੋਸ਼ਿਸ਼ ਕਰ ਲਈ ਅੱਜ ਪੂਰਾ ਦਿਨ।
ਗਿੱਲ ਰੌਂਤਾ ਤੇ ਸਟੈਲਿਨ ਵੀਰ ਨੇ ਵੀ ਕੱਲ ਦਾ ਮਿਲਣ ਦਾ ਟਾਈਮ ਲੈਣ ਲਈ ਕਾਲ ਕਰ ਦਿੱਤੀਆਂ। ਜਿਹੜਾ ਇਹਨਾਂ ਨੇ ਮਿਲਣ ਤੋਂ ਮਨਾ ਕਰ ਦਿੱਤਾ ਜੇ ਮੈਂ ਪੈਸੇ ਖਾ ਗਿਆ। ਮੈਂ ਚੋਰ ਹਾਂ, ਮੈਂ ਦੇਣੇ ਨੇ, ਇੱਕ ਵੀ ਪ੍ਰੂਫ ਦੇਣ। ਮੈਂ ਠੱਗ ਚੋਰ ਦਾ ਟੈਗ ਇਸ ਤਰ੍ਹਾਂ ਨਹੀਂ ਲਵਾਉਣਾ ਫਰੀ 'ਚ ਸੇਵਾ ਕਰਕੇ। ਹਿਸਾਬ ਕਿਤਾਬ ਮੇਰੇ ਕੋਲ ਵੀ ਨਹੀਂ ਆਇਆ। ਨਾ ਵਨ ਡਿਜੀਟਲ ਸ਼ਬੀਰ ਮੋਮਿਨ ਨੇ ਮੈਨੂੰ ਕਦੇ ਦੱਸਿਆ ਕਿੰਨੇ ਪੈਸੇ ਮੈਂ ਭੇਜ ਦਿੱਤੇ ਅੰਕਲ ਆਂਟੀ ਨੂੰ। ਨਾ ਅੰਕਲ ਨੇ ਪਿਛਲੇ 4-5 ਮਹੀਨਿਆਂ ਤੋਂ ਦੱਸਿਆ ਕਿ ਕਿੰਨੇ ਪੈਸੇ ਪੈਂਡਿੰਗ ਨੇ ਸ਼ਬੀਰ ਮੋਮਿਨ ਕੋਲ। ਮੈਨੂੰ ਕਮੈਂਟ 'ਚ ਆ ਕਰੇ ਨੇ ਹਿਸਾਬ ਦੇ ਫੈਮਿਲੀ ਨੂੰ। ਮੈਂ ਕਿਹੜੀ ਕਾਪੀ ਤੇ ਲਿਖ ਕੇ ਲੁਕਾ ਕੇ ਰੱਖਿਆ ਜੋ ਮੈਂ ਦੇ ਦੇਵਾਂ। ਐਗਰੀਮੈਂਟ ਸਿੱਧੂ ਪਰਿਵਾਰ ਦਾ ਸ਼ਬੀਰ ਮੋਮਿਨ ਨਾਲ ਹੈ ਜਾਂ ਸੀ? ਪੈਸੇ ਸ਼ਬੀਰ ਮੋਮਿਨ ਕੋਲ ਸਿੱਧੂ ਫੈਮਿਲੀ ਨੂੰ ਜਾਂਦੇ ਸੀ ਜਾਂ ਪੈਂਡਿੰਗ ਨੇ? ਮੈਂ ਤਾਂ ਕਹਿਣਾ ਹੀ ਆ ਕਿ ਸਿੱਧੂ ਫੈਮਿਲੀ ਨੂੰ ਪੈਂਡਿੰਗ ਪੈਸੇ ਦੇ ਦਿਓ ਤੇ ਹਿਸਾਬ ਕਿਤਾਬ ਵੀ ਦੇ ਦਿਓ। ਇੱਕ ਵਾਰ ਇਹ ਵੀ ਨਹੀਂ ਕਿਹਾ ਅੰਕਲ ਜੀ ਮੈਂ ਤੁਹਾਡੇ ਨਾਲ ਨਹੀਂ ਆ। ਇੱਕ ਵਾਰ ਸ਼ਬੀਰ ਨੂੰ ਇਹ ਵੀ ਨਹੀਂ ਕਿਹਾ ਕਿ ਤੂੰ ਸਹੀ ਆ। ਗੱਲ ਸਮਝ ਲਿਓ ਪਲੀਜ਼ ਤੁਸੀਂ ਵੀ ਤੇ ਅੰਕਲ ਆਂਟੀ ਵੀ।